ਹੈਲੋ ਸਟੂਡੈਂਟ, ਅੱਜ ਦਾ ਆਪਣਾ ਟੌਪਿਕ ਆ ਸਪੇਸਿੰਗ ਆਫ ਕੰਡਕਟਰ, ਅਰੇਂਜਮੈਂਟ ਆਫ ਸਸਪੈਂਸ਼ਨ ਐਂਡ ਸਟ੍ਰੇਨ ਟਾਈਪ ਇੰਸੂਲੇਟਰ। ਸਪੇਸਿੰਗ ਆਫ ਕੰਡਕਟਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਬਈ ਜਿਹੜੇ ਆਪਣੇ 3 ਫੇਸ ਟਰਾਂਸਮਿਸ਼ਨ ਲਾਈਨਸ ਕੰਡਕਟਰ ਹੁੰਦੇ ਆ ਉਹਨਾਂ ਦੇ ਬਿਟਵੀਨ ਸਪੇਸਿੰਗ ਕੱਢਣ ਦਾ ਜਿਹੜਾ ਫਾਰਮੂਲਾ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਵਾ ਜਦੋਂ ਆਪਾਂ ਸਪੇਸਿੰਗ ਆਫ ਕੰਡਕਟਰ ਕੱਢਦੇ ਹਾਂ। ਨੈਕਸਟ, ਅਰੇਂਜਮੈਂਟ ਆਫ ਸਸਪੈਂਸ਼ਨ ਐਂਡ ਸਟ੍ਰੇਨ ਟਾਈਪ ਇੰਸੂਲੇਟਰ। ਜਿਹੜੇ ਇੰਸੂਲੇਟਰ ਆਪਾਂ ਟਰਾਂਸਮਿਸ਼ਨ ਲਾਈਨਸ ਦੇ ਵਿੱਚ ਯੂਜ਼ ਕਰਦੇ ਹਾਂ ਉਹਨਾਂ ਨੂੰ ਆਪਾਂ 2 ਟਾਈਪਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਇੱਕ ਹੈਗੇ ਆਪਣੇ ਸਸਪੈਂਸ਼ਨ ਟਾਈਪ ਇੰਸੂਲੇਟਰ, ਦੂਜੇ ਹੈਗੇ ਸਟ੍ਰੇਨ ਟਾਈਪ ਇੰਸੂਲੇਟਰ। ਇਹਨਾਂ ਬਾਰੇ ਵੀ ਅੱਜ ਆਪਾਂ ਡਿਸਕਸ ਕਰਾਂਗੇ ਕਿਹੜੀ ਟਾਈਪ ਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾਂਦਾ, ਕੀ ਹੁੰਦੇ ਇਹ ਸਸਪੈਂਸ਼ਨ ਅਤੇ ਸਟ੍ਰੇਨ ਟਾਈਪ ਇੰਸੂਲੇਟਰ। ਫਸਟ ਆਫ ਆਲ ਪਹਿਲੋਂ ਆਪਾਂ ਡਿਸਕਸ ਕਰਾਂਗੇ spacing of conductors. The formula for conductor spacing is based on the line voltage, span, weight of conductor, wind pressure on the conductor and direction of swing. ਪਹਿਲਾ ਜਿਹੜਾ ਆਪਣਾ ਫਾਰਮੂਲਾ ਕਾਹਦੇ 'ਤੇ ਡਿਪੈਂਡ ਕਰਦਾ, ਪਹਿਲਾ ਫਸਟ ਆਫ ਆਲ ਜਿਹੜੀ ਵੋਲਟੇਜ ਦਾ ਲੈਵਲ ਕਿੰਨਾ ਵਾ ਆਪਣਾ। ਵੋਲਟੇਜ ਲੈਵਲ ਮੀਨਸ ਜਿਹੜੀ ਲਾਈਨ ਵੋਲਟੇਜ ਲਾਈਨ ਆ ਉਹਦਾ ਲੈਵਲ ਕਿੰਨਾ ਵਾ, 33 kV ਆ, 66 kV ਆ, ਜਾਂ 132 kV ਆ, 220 kV ਆ, 440 kV ਆ, ਜਾਂ 700 kV ਆ। ਜਿਹੜਾ ਉਹ ਆਪਾਂ ਡਿਸਕਸ ਇਹਦੇ 'ਚ ਪਹਿਲੋਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵਾ ਵੀ ਵੋਲਟੇਜ ਲੈਵਲ ਕਿੰਨਾ ਵਾ। ਨੈਕਸਟ, ਸਪੈਨ, ਪੋਲ ਟੂ ਪੋਲ ਡਿਸਟੈਂਸ ਜਿਹੜਾ ਕਿੰਨਾ ਵਾ ਉਹਨੂੰ ਆਪਾਂ ਸਪੈਨ ਕਹਿੰਦੇ ਹਾਂ। ਵੇਟ ਆਫ ਕੰਡਕਟਰ, ਜਿਹੜਾ ਆਪਾਂ ਕੰਡਕਟਰ ਯੂਜ਼ ਕਰਦੇ ਪਏ ਹਾਂ ਉਹਦਾ ਵੇਟ ਕਿੰਨਾ ਵਾ। ਜਿੰਨਾ ਜ਼ਿਆਦਾ ਵੇਟ ਹੋਊਗਾ ਓਨਾ ਜ਼ਿਆਦਾ ਝੁਕਾਅ ਹੋਊਗਾ ਉਹਨੂੰ, ਜਿਹਨੂੰ ਆਪਾਂ ਸੈਗ ਕਹਿ ਦਿੰਦੇ ਹਾਂ। ਉਹਦੇ ਅਕੋਰਡਿੰਗਲੀ ਜਿਹੜਾ ਆਪਣਾ ਕੰਡਕਟਰ ਦੇ ਅਕੋਰਡਿੰਗਲੀ ਉਹ ਜਿਹੜਾ ਵੇਟ ਦੇ ਅਕੋਰਡਿੰਗਲੀ ਆਪਾਂ ਸਪੇਸਿੰਗ ਦੇ ਵਿੱਚ ਡਿਫਰੈਂਸ ਰੱਖਦਾ। ਨੈਕਸਟ ਹੈਗਾ ਵਿੰਡ ਪ੍ਰੈਸ਼ਰ ਔਨ ਅ ਕੰਡਕਟਰ। ਜਿਹੜਾ ਵਿੰਡ ਦਾ ਪ੍ਰੈਸ਼ਰ ਕਿੰਨਾ ਕੰਡਕਟਰ ਦੇ ਉੱਤੇ ਪੈਂਦਾ ਵਾ ਉਹ ਵੀ ਇਸ ਗੱਲ ਦੇ ਵਿੱਚ ਧਿਆਨ ਰੱਖਣਾ। ਅਤੇ ਡਾਇਰੈਕਸ਼ਨ ਆਫ ਸਵਿੰਗ, ਅਤੇ ਕਿੱਧਰ ਨੂੰ ਘੁੰਮਦਾ ਕੰਡਕਟਰ ਜਦੋਂ ਹਵਾ ਦਾ ਪ੍ਰੈਸ਼ਰ ਪੈਂਦਾ ਵਾ। ਜੇ ਉਹ ਜਿਹੜਾ ਕੰਡਕਟਰ ਆ ਕੰਡਕਟਰ ਵੱਲ ਨੂੰ ਮੂਵ ਕਰੂਗਾ ਤਾਂ ਜਿਹੜਾ ਉਹ ਡਿਸਟੈਂਸ ਉਨਾ ਜ਼ਿਆਦਾ ਰੱਖਣਾ ਪੈਣਾ ਆਪਾਂ ਨੂੰ। ਐਜ਼ ਜਨਰਲ ਰੂਲ, ਗ੍ਰੇਟਰ ਦਾ ਸਪੈਨ ਲੈਂਥ ਮੋਰ ਸ਼ੁੱਡ ਬੀ ਦਾ ਸਪੇਸਿੰਗ distance between conductor for a same working voltage, avoiding touching between them in storms. ਜਿਹੜਾ ਆਪਣਾ ਜਨਰਲ ਰੂਲ ਆ ਉਹਦੇ 'ਚ ਕੀ ਆ, ਕਹਿੰਦੇ ਜਿੰਨਾ ਆਪਣਾ ਸਪੈਨ ਲੈਂਥ ਜ਼ਿਆਦਾ ਹੋਊਗੀ ਓਨਾ ਹੀ ਆਪਾਂ ਨੂੰ ਜਿਹੜਾ ਕੰਡਕਟਰ ਦੇ ਵਿਚਲਾ ਡਿਸਟੈਂਸ ਆ ਜਿਹੜਾ ਉਹ ਜ਼ਿਆਦਾ ਮੇਨਟੇਨ ਰੱਖਣਾ ਪੈਣਾ, ਸਪੇਸਿੰਗ ਜ਼ਿਆਦਾ ਦੇਣੀ ਪੈਣੀ ਹੈ। ਜਦੋਂ ਸਪੈਨ ਜ਼ਿਆਦਾ ਹੋਊਗਾ ਤਾਂ ਸੈਗ ਜ਼ਿਆਦਾ ਹੋਊਗਾ ਤਾਂ ਜਿਹੜਾ ਉਹ ਫਰੀਲੀ ਮੂਵ ਕਰਨ ਦਾ ਜਿਹੜਾ ਉਹਦਾ ਡਿਸਟੈਂਸ ਉਹ ਵੱਧ ਜਾਂਦਾ ਵਾ। ਇਸ ਕਰਕੇ ਜਿਹੜਾ ਜਦੋਂ ਹਨੇਰੀਆਂ, ਸਟਰੋਮ ਜਾਂ ਤੂਫਾਨ ਆਉਂਦੇ ਆ ਉਸ ਦੌਰਾਨ ਕੰਡਕਟਰ ਦਾ ਆਪਸ ਦੇ ਵਿੱਚ ਟੱਚ ਕਰਨ ਦਾ ਜਿਹੜਾ ਖਤਰਾ ਵੱਧ ਜਾਂਦਾ ਵਾ। The formula for determining the horizontal spacing between two conductor of overhead lines. ਜਿਹੜੇ ਹੋਰੀਜ਼ੋਨਟਲ ਪੋਜੀਸ਼ਨ ਦੇ ਵਿੱਚ ਕੰਡਕਟਰ ਆਪਣੇ ਮੂਵ ਕਰਦੇ ਪਏ ਆ ਉਹਨਾਂ ਦੇ ਵਿੱਚ ਡਿਸਟੈਂਸ ਨੂੰ ਕੱਢਣ ਦਾ ਜਿਹੜਾ ਫਾਰਮੂਲਾ ਉਹ 'ਚ ਕੀ ਆ, ਸਪੇਸਿੰਗ ਇਜ਼ ਇਕੁਅਲ ਟੂ 0.75 √d ਪਲੱਸ v² ਅਪੋਨ 20,000 ਮੀਟਰ। ਜਨਰਲ ਰੂਲ ਕੀ ਕਹਿੰਦਾ ਵਾ, ਇਹ ਹੋ ਗਿਆ ਆਪਣਾ ਸਪੇਸਿੰਗ ਕੱਢਣ ਦਾ ਫਾਰਮੂਲਾ। ਜਨਰਲ ਰੂਲ ਕੀ ਕਹਿੰਦਾ, √d ਪਲੱਸ v ਅਪੋਨ 150 ਫॉर ਐਲੂਮੀਨੀਅਮ ਐਂਡ ਇਟਸ ਅਲੋਏ। ਜਿਹੜੇ ਐਲੂਮੀਨੀਅਮ ਅਤੇ ਅਲੋਏ ਆ ਉਹਦੇ ਵਾਸਤੇ ਜਨਰਲ ਰੂਲ ਇਹ ਆ ਵੀ √d ਪਲੱਸ v ਅਪੋਨ 150 ਫॉर ਐਲੂਮੀਨੀਅਮ ਐਂਡ ਇਟਸ ਅਲੋਏ ਵਾਸਤੇ। ਅਤੇ ਜੇ ਕਿਸੇ ਹੋਰ ਮਟੀਰੀਅਲ ਵਾਸਤੇ ਕੱਢਣਾ ਤਾਂ 0.75 √d ਪਲੱਸ v ਅਪੋਨ 150 ਫॉर ਅਦਰ ਮਟੀਰੀਅਲ ਵਾਸਤੇ ਇਹ ਜਨਰਲ ਰੂਲ ਆ। ਅਤੇ ਡੀ, ਸਮੋਲ ਡੀ ਅਤੇ ਬਿਗ ਡੀ ਅਤੇ ਵੀ ਕੀ ਹੁੰਦਾ ਵਾ, ਵੇਅਰ ਐਜ਼ ਡੀ ਇਜ਼ ਇਕੁਅਲ ਟੂ ਸੈਗ ਇਨ ਮੀਟਰ। ਜਿਹੜਾ ਡੀ ਆਪਾਂ ਸੈਗ ਲੈਂਦੇ ਹਾਂ, ਸਮੋਲ ਡੀ ਜਿਹੜੀ ਹੈ, ਅਤੇ ਵੀ ਐਜ਼ ਅ ਵੋਲਟੇਜ ਲੈਂਦੇ ਹਾਂ। ਸਪੇਸਿੰਗ ਨੂੰ ਲੈਂਦੇ ਹਾਂ ਆਪਾਂ 2d sin θ। ਜਿਹੜੀ ਡੀ ਆ ਆਪਣੀ
where D is equal to ice loading sag in meter। ਜਿਹੜਾ ਵੀ ਆਪਣਾ ਲੋਡ ਪੈਂਦਾ ਆਈਸ ਦਾ ਉਹ ਆਪਾਂ ਸੈਗ ਜਦੋਂ ਬਰਫ਼ ਕੰਡਕਟਰ ਦੇ ਉੱਤੇ ਟਿਕ ਜਾਂਦੀ ਆ ਉਹਦੇ ਨਾਲ ਜਿਹੜਾ ਸੈਗ ਪੈਂਦਾ ਵਾ ਇਨ ਮੀਟਰਸ ਦੇ ਵਿੱਚ ਆਪਾਂ ਉਹਨੂੰ ਕੈਲਕੂਲੇਟ ਕਰਦੇ ਹਾਂ। ਉਹਨੂੰ ਆਪਾਂ ਬਿਗ ਡੀ ਕਹਿੰਦੇ ਹਾਂ, ਜਿਹੜੀ ਡੀ ਆਪਾਂ ਪ੍ਰੀਵੀਅਸ ਫਾਰਮੂਲੇ ਦੇ ਵਿੱਚ ਯੂਜ਼ ਕੀਤਾ। ਥੀਟਾ is equal to angle of a swing of ice loaded conductor when subjected to 25 km/h wind। ਥੀਟਾ ਕੀ ਆ, ਜਦੋਂ 25 ਕਿਲੋਮੀਟਰ ਪਰ ਘੰਟੇ ਦੇ ਹਵਾ ਜਦੋਂ ਚੱਲਦੀ ਆ ਅਤੇ ਉਹਦੇ ਨਾਲ ਜਿਹੜਾ ਐਂਗਲ ਬਣਦਾ ਉਹਨੂੰ ਆਪਾਂ ਥੀਟਾ ਐਂਗਲ ਕਹਿੰਦੇ ਹਾਂ। ਸਪੇਸਿੰਗ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ 2D sin ਥੀਟਾ ਸਪੇਸਿੰਗ ਲੈ ਕੇ ਚੱਲਦੇ ਹਾਂ ਆਪਾਂ। ਅਤੇ ਜਿਵੇਂ ਆਪਾਂ ਜਨਰਲ ਫਾਰਮੂਲੇ ਅਕੋਰਡਿੰਗ ਜਿਹੜਾ ਇਸ ਤਰ੍ਹਾਂ ਆਪਾਂ ਸਪੇਸਿੰਗ ਆਫ ਕੰਡਕਟਰ ਨੂੰ ਕੈਲਕੂਲੇਟ ਕਰ ਸਕਦੇ ਹਾਂ। The height and maximum sag at midpoint of the span। ਜਿਹੜਾ ਹਾਈਟ ਜਾਂ ਜਿਹੜੀ ਸੈਗ ਜਿਹੜਾ ਮਿਡ ਪੁਆਇੰਟ ਦੇ ਉੱਤੇ ਹਮੇਸ਼ਾ ਸਪੈਨ ਦੇ ਜ਼ਿਆਦਾ ਹੁੰਦੀ ਆ। ਕਲੀਅਰੈਂਸ ਅਬਾਊਟ ਗਰਾਊਂਡ ਸ਼ੁੱਡ ਬੀ ਕੰਸੀਡਰਡ ਵਾਈਲ ਡਿਜ਼ਾਈਨਿੰਗ ਦਾ ਟਰਾਂਸਮਿਸ਼ਨ ਲਾਈਨ ਸਪੋਰਟ ਸਟਰਕਚਰ। ਜਦੋਂ ਆਪਾਂ ਟਰਾਂਸਮਿਸ਼ਨ ਲਾਈਨ ਦਾ ਡਿਜ਼ਾਈਨ ਕਰਨਾ ਵਾ ਉਦੋਂ ਜਿਹੜੀ ਇਸ ਗੱਲ ਦਾ ਖਿਆਲ ਰੱਖਣਾ ਜਿਹੜਾ ਆਪਣਾ ਸੈਗ ਆ ਉਹਦੀ ਜਿਹਦਾ ਮਿਡ ਪੁਆਇੰਟ ਦੇ ਵਿੱਚ ਕੰਡਕਟਰ ਜ਼ਿਆਦਾ ਝੁਕ ਜਾਂਦਾ ਵਾ ਉਹਦੀ ਗਰਾਊਂਡ ਕਲੀਅਰੈਂਸ ਜਿਹੜੀ ਉਹ ਪ੍ਰੋਪਰ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਬਈ ਆਪਾਂ ਪੋਲ ਦੇ ਜਿਹੜੇ ਐਂਡ ਤੋਂ ਜਿੱਥੋਂ ਆਪਾਂ ਕੰਡਕਟਰ ਨੂੰ ਟਾਈ ਕੀਤਾ ਇੰਸੂਲੇਟਰ ਨਾਲ ਉੱਥੋਂ ਆਪਾਂ ਗਰਾਊਂਡ ਕਲੀਅਰੈਂਸ ਚੈੱਕ ਕਰ ਲਈਏ ਬਟ ਮਿਡਲ 'ਤੇ ਆ ਕੇ ਜਿਹੜੀ ਆਪਣੀ ਗਰਾਊਂਡ ਕਲੀਅਰੈਂਸ ਖ਼ਤਮ ਹੋ ਜੇ ਜਿੱਥੇ ਸੈਗ ਜ਼ਿਆਦਾ ਮੈਕਸੀਮਮ ਸੈਗ ਹੁੰਦਾ ਵਾ ਐਟ ਮਿਡ ਪੁਆਇੰਟ ਦੇ ਵਿੱਚ। ਇਹ ਗੱਲ ਦਾ ਆਪਾਂ ਖਿਆਲ ਰੱਖਣਾ ਵਾ। ਅਪਰੋਕਸੀਮੇਟ ਸਪੈਨ ਐਂਡ ਸੈਗ ਫॉर ਵੇਰੀਅਸ ਵੋਲਟੇਜ ਆਰ ਮੈਂਸ਼ਨ ਬਿਲੋ। ਜਿਹੜੇ ਅੰਦਾਜ਼ਨ ਆਪਣੇ ਸਪੈਨ ਜਾਂ ਸੈਗ ਆ ਉਹ ਜਿਹੜੇ ਨੈਕਸਟ ਟੇਬਲ ਦੇ ਵਿੱਚ ਆਪਾਂ ਸ਼ੋਅ ਕੀਤੇ ਆ। ਅਪਰੋਕਸੀਮੇਟ ਸਪੈਨ ਆਫ ਸਪੋਰਟ ਐਂਡ ਆਫ ਟਰਾਂਸਮਿਸ਼ਨ ਲਾਈਨ, ਜਿਹੜੀਆਂ ਟਰਾਂਸਮਿਸ਼ਨ ਲਾਈਨਸ ਦੇ ਸਪੋਰਟ ਬਾਰੇ ਆਪਾਂ ਡਿਸਕਸ ਕਰਾਂਗੇ ਇਸ ਟੇਬਲ ਦੇ ਵਿੱਚ। ਪਹਿਲੋਂ ਆਪਾਂ ਵੋਲਟੇਜਿਸ ਲੈਵਲ ਜਿਹੜਾ ਇੱਥੇ ਮੈਂਸ਼ਨ ਕੀਤਾ ਵਾ ਟੇਬਲ ਦੇ ਵਿੱਚ। ਦੂਜਾ ਕਾਲਮ ਦੇ ਵਿੱਚ ਆਪਾਂ ਜਿਹੜੀ ਅਪਰੋਕਸੀਮੇਟ ਸਪੈਨ ਮੀਟਰ ਦੇ ਵਿੱਚ ਜਿਹੜਾ ਅਪਰੋਕਸੀਮੇਟ ਸਪੈਨ ਲਿਆ ਵਾ ਅਤੇ ਨੈਕਸਟ ਕਾਲਮ ਦੇ ਵਿੱਚ ਅਪਰੋਕਸੀਮੇਟ ਸੈਗ ਮੀਟਰ ਦੇ ਵਿੱਚ ਲਿਆ ਵਾ ਆਪਾਂ। ਜਿਹੜਾ ਵੀ ਸੈਗ ਆਊਗਾ ਉਹ ਮੀਟਰ ਦੇ ਵਿੱਚ ਕੈਲਕੂਲੇਟ ਕਰਨਾ। ਪਹਿਲਾਂ ਡਿਸਕਸ ਕਰ ਰਹੇ ਹਾਂ LV ਐਂਡ HV। ਲੋ ਵੋਲਟੇਜ ਲਾਈਨ ਅਤੇ ਹਾਈ ਵੋਲਟੇਜ ਲਾਈਨ ਦੇ ਇਹਨਾਂ ਦੇ ਵਿੱਚ ਜਿਹੜੀ ਆਪਣਾ ਸਪੈਨ ਆ ਪੋਲ ਟੂ ਪੋਲ ਸਪੈਨ ਜਿਹੜਾ 50 to 80 ਮੀਟਰ ਲੈ ਸਕਦੇ ਹਾਂ ਅਤੇ ਜਿਹੜਾ ਸੈਗ ਆ ਉਹ ਆਪਣਾ 0.6 to 1 ਮੀਟਰ ਲੈ ਸਕਦੇ ਹਾਂ। ਸੈਗ ਮਤਲਬ ਜਿਹੜਾ ਝੁਕਾਅ ਆ ਉਹ 0.6 to 1 ਮੀਟਰ ਤੱਕ ਲੈ ਸਕਦੇ ਹਾਂ ਜੇ ਆਪਣਾ ਸਪੈਨ ਜਿਹੜਾ 50 to 80 ਮੀਟਰ ਆ। ਫਿਰ ਨੈਕਸਟ ਵੋਲਟੇਜ ਲੈਵਲ 6.6 ਤੋਂ ਲੈ ਕੇ 11 kV ਤੱਕ ਜਿਹੜਾ ਸਪੈਨ ਆ ਉਹ ਆਪਾਂ 100 to 130 ਮੀਟਰ ਰੱਖ ਸਕਦੇ ਹਾਂ ਅਤੇ ਜਿਹੜਾ ਇਹਦੇ 'ਚ ਸੈਗ ਆ ਉਹ 2 ਤੋਂ ਲੈ ਕੇ 1 ਜਾਂ 1.5 ਦੇ ਵਿੱਚ ਆਪਾਂ ਰੱਖ ਸਕਦੇ ਹਾਂ। ਫਿਰ 22 ਐਂਡ 33 kV ਵੋਲਟੇਜ ਲੈਵਲ 'ਤੇ ਜਿਹੜਾ ਇਹ 130 to 160 ਸਪੈਨ ਰੱਖ ਸਕਦੇ ਹਾਂ ਪੋਲ ਟੂ ਪੋਲ ਡਿਸਟੈਂਸ ਜਿਹੜਾ। ਅਤੇ ਸੈਗ ਆ ਜਿਹੜਾ ਆਪਣਾ 1.3 to 2 ਮੀਟਰ ਜਿਹੜਾ ਉਹ ਸੈਗ ਰੱਖ ਸਕਦੇ ਹਾਂ। 66 kV ਦੇ ਵਿੱਚ ਜਿਹੜਾ 200 to 260 ਜਿਹੜਾ ਆਪਾਂ ਸਪੈਨ ਰੱਖ ਸਕਦੇ ਹਾਂ ਅਤੇ ਸੈਗ ਜਿਹੜਾ ਆਪਣਾ 2 to 4 ਮੀਟਰ ਰੱਖ ਸਕਦੇ ਹਾਂ। ਵੋਲਟੇਜ ਲੈਵਲ 110 ਐਂਡ 132 kV ਦੇ ਵਿੱਚ ਆਪਾਂ ਜਿਹੜਾ 260 to 360 ਜਿਹੜਾ ਉਹ ਸਪੈਨ ਰੱਖ ਸਕਦੇ ਹਾਂ ਅਤੇ 5 to 7 ਮੀਟਰ ਆਪਾਂ ਸੈਗ ਰੱਖ ਸਕਦੇ ਹਾਂ। ਇਹ ਹੋ ਗਿਆ ਆਪਣਾ ਟੇਬਲ। ਬਟ ਇਹਦੇ 'ਚ ਆਪਾਂ ਖਿਆਲ ਕੀ ਰੱਖਣਾ, ਇਫ ਸਪੈਨ ਇਜ਼ ਡਬਲ, ਜੇ ਆਪਣਾ ਪੋਲ ਟੂ ਪੋਲ ਡਿਸਟੈਂਸ ਆਪਾਂ ਦੁੱਗਣਾ ਕਰ ਦਿੰਦੇ ਹਾਂ ਤਾਂ ਸੈਗ ਜਿਹੜਾ ਉਹ 4 ਗੁਣਾ ਵੱਧ ਜੂਗਾ। ਦ ਸੈਗ ਬਿਕਮ 4 ਟਾਈਮ ਦ ਹਾਈਟ ਆਫ ਅ ਟਾਵਰ ਸ਼ੁੱਡ ਬੀ ਇਨਕਰੀਜ਼ਡ। ਤਾਂ ਉਸ ਦੌਰਾਨ
ਜਦੋਂ ਆਪਾਂ ਸਪੈਨ ਵਧਾਉਂਦੇ ਹਾਂ, ਡਬਲ ਕਰਦੇ ਹਾਂ, ਤਾਂ ਉਸ ਦੌਰਾਨ ਆਪਾਂ ਨੂੰ ਜਿਹੜਾ ਸਪੋਰਟ ਜਿਹੜੇ ਆਪਣੇ ਟਾਵਰ ਜਾਂ ਪੋਲ ਆ ਉਹਨਾਂ ਦੀ ਹਾਈਟ ਵੀ ਵਧਾਉਣੀ ਪੈਣੀ ਆ। ਇਹ ਹੋ ਗਿਆ ਆਪਣਾ ਸਪੇਸਿੰਗ ਆਫ ਕੰਡਕਟਰ। ਇਹਦੇ 'ਚ ਆਪਾਂ ਡਿਸਕਸ ਕਰ ਲਿਆ ਜਿਹੜਾ ਆਪਾਂ ਸਪੈਨ ਕਿੰਨਾ ਰੱਖਣਾ ਜਾਂ ਸੈਗ ਕਿੰਨਾ ਰੱਖਣਾ ਵਾ, ਅਤੇ ਫੋਰਮੂਲਾ ਕੱਢ ਲਿਆ ਜਿਹੜਾ ਆਪਣਾ ਸਪੇਸਿੰਗ ਬਿਟਵੀਨ ਕੰਡਕਟਰਸ, ਉਹ ਆਪਾਂ ਡਿਸਕਸ ਕਰ ਲਿਆ। ਨੈਕਸਟ ਆਪਣਾ ਹੈਗਾ ਅਰੇਂਜਮੈਂਟ ਆਫ ਸਸਪੈਂਸ਼ਨ ਟਾਈਪ ਇੰਸੂਲੇਟਰ। For a voltage above 33 kV, it is usually to use a suspension type insulator. ਜਦੋਂ ਆਪਾਂ ਵੋਲਟੇਜ ਲੈਵਲ 33 kV ਤੋਂ ਅਬਵ ਯੂਜ਼ ਕਰਦੇ ਹਾਂ ਤਾਂ ਆਪਾਂ ਸਸਪੈਂਸ਼ਨ ਟਾਈਪ ਇੰਸੂਲੇਟਰ ਦਾ ਯੂਜ਼ ਕਰਦੇ ਹਾਂ। It consists of number of porcelain discs connected in a series by metallic link in the form of string. ਇਹਦੇ 'ਚ ਆਪਾਂ ਜਿਹੜੇ ਪੋਰਸਲਿਨ ਡਿਸਕ ਟਾਈਪ ਇੰਸੂਲੇਟਰਸ ਆ ਉਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕਰਦੇ ਹਾਂ, ਅਤੇ ਇੱਕ ਸਟਰਿੰਗ ਟਾਈਪ ਬਣਾਉਂਦੇ ਹਾਂ। ਕਨੈਕਟ ਕਾਹਦੇ ਨਾਲ ਕਰਦੇ ਹਾਂ? ਮੈਟੈਲਿਕ ਲਿੰਕਸ ਦੇ ਨਾਲ ਇਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕਰਦੇ ਹਾਂ। ਇਹ ਸਸਪੈਂਸ਼ਨ ਟਾਈਪ ਜਿਹੜੇ ਪੋਰਸਲਿਨ ਡਿਸਕ ਟਾਈਪ ਜਿਹੜੇ ਇੰਸੂਲੇਟਰ ਹੁੰਦੇ ਆ ਉਹਨਾਂ ਨੂੰ ਆਪਾਂ ਮੈਟੈਲਿਕ ਪਿੰਨ ਦੇ ਨਾਲ ਅਟੈਚ ਕਰਕੇ ਫਰਦਰ ਜਿੰਨੇ ਆਪਾਂ ਨੂੰ ਵੋਲਟੇਜ ਲੈਵਲ ਦੇ ਅਕੋਰਡਿੰਗਲੀ ਚਾਹੀਦੀ ਆ ਉਨੀ ਆਪਾਂ ਸਟਰਿੰਗ ਬਣਾ ਸਕਦੇ ਹਾਂ, ਇਹਦੀ ਲੰਮੀ ਲਾਈਨ ਬਣਾ ਸਕਦੇ ਹਾਂ। ਦ ਨੰਬਰ ਆਫ ਡਿਸਕ ਯੂਜ਼ ਡਿਪੈਂਡ ਅਪੋਨ ਦ ਸਿਸਟਮ ਵੋਲਟੇਜ। ਜਿੰਨੀਆਂ ਡਿਸਕ ਆਪਾਂ ਯੂਜ਼ ਕਰਨੀਆਂ ਉਹ ਕਾਹਦੇ 'ਤੇ ਡਿਪੈਂਡ ਕਰਦੀਆਂ? ਜਿੰਨਾ ਆਪਣਾ ਸਿਸਟਮ ਦੀ ਵੋਲਟੇਜ ਆ, ਜਿੰਨੀ ਆਪਣੀ ਟਰਾਂਸਮਿਸ਼ਨ ਲਾਈਨ ਦੀ ਜਿਹੜੀ ਉਹ ਵੋਲਟੇਜ ਲੈਵਲ ਆ ਉਹਦੇ 'ਤੇ ਡਿਪੈਂਡ ਕਰਦਾ। The suspension type insulator is used to serve the insulation need of overhead power lines. ਜਿਹੜੇ ਸਸਪੈਂਸ਼ਨ ਟਾਈਪ ਇੰਸੂਲੇਟਰ ਆ ਇਹ ਇੰਸੂਲੇਸ਼ਨ ਨੂੰ ਪ੍ਰੋਵਾਈਡ ਕਰਾਉਣ ਵਾਸਤੇ ਆਪਾਂ ਓਵਰਹੈਡ ਲਾਈਨਸ ਦੇ ਵਿੱਚ ਯੂਜ਼ ਕਰਦੇ ਹਾਂ। The consideration of interchangeability is very important in case of suspension insulator, since one or more discs of an insulator string has to be replaced more frequently than a complete string. ਇਹਦੇ ਵਿੱਚ ਇੰਟਰਚੇਂਜੇਬਿਲਿਟੀ ਆਪਾਂ ਨੂੰ ਰੱਖਣੀ ਪੈਂਦੀ ਆ, ਇੰਪੋਰਟੈਂਟ ਆ, ਜ਼ਰੂਰੀ ਆ, ਕਿਉਂਕਿ ਕਿਸੇ ਵੀ ਕਾਰਨ ਕਰਕੇ ਜੇ ਕੋਈ ਵੀ ਆਪਣਾ ਇੱਕ ਡਿਸਕ ਵਿੱਚੋਂ ਬ੍ਰੇਕ ਕਰ ਜਾਂਦੀ ਆ ਜਾਂ ਕੋਈ ਖਰਾਬ ਹੋ ਜਾਂਦੀ ਆ, ਉਹ ਆਪਾਂ ਪੂਰੀ ਸਟਰਿੰਗ ਬਦਲਣ ਦੀ ਬਜਾਏ ਵਿੱਚੋਂ ਇੱਕ ਡਿਸਕ ਨੂੰ ਆਪਾਂ ਰਿਪਲੇਸ ਕਰਕੇ ਉਹਦੀ ਜਗ੍ਹਾ 'ਤੇ ਨਵੀਂ ਡਿਸਕ ਨੂੰ ਲਾ ਕੇ ਆਪਾਂ ਜਿਹੜਾ ਯੂਜ਼ ਕਰ ਸਕਦੇ ਹਾਂ। ਜਾਂ ਜੇ ਆਪਣਾ ਸਿਸਟਮ ਵੋਲਟੇਜ ਨੂੰ ਵਧਾਉਣਾ ਵਾ ਤਾਂ ਉਸ ਦੌਰਾਨ ਆਪਾਂ ਹੋਰ ਸਸਪੈਂਸ਼ਨ ਇੰਸੂਲੇਟਰ ਜਿਹੜੇ ਡਿਸਕ ਇੰਸੂਲੇਟਰ ਅਟੈਚ ਕਰਕੇ ਸਟਰਿੰਗ ਦੇ ਵਿੱਚ ਉਹਦੀ ਆਪਾਂ ਸਟਰਿੰਗ ਨੂੰ ਵਧਾ ਕੇ ਯੂਜ਼ ਕਰ ਸਕਦੇ ਹਾਂ। ਦ ਸਾਈਜ਼ ਆਫ ਸਸਪੈਂਸ਼ਨ ਇੰਸੂਲੇਟਰ ਡਿਪੈਂਡ ਅਪੋਨ ਦਾ ਸਿਸਟਮ ਵੋਲਟੇਜ। ਜਿਹੜਾ ਸਾਈਜ਼ ਆ ਉਹ ਡਿਪੈਂਡ ਕਰਦਾ ਵਾ ਸਿਸਟਮ ਵੋਲਟੇਜ। ਇਨ ਕੇਸ ਆਫ ਇਨਕਰੀਜ਼ਡ ਡਿਮਾਂਡ ਔਨ ਦਾ ਟਰਾਂਸਮਿਸ਼ਨ ਲਾਈਨ, ਜਦੋਂ ਆਪਣੀ ਟਰਾਂਸਮਿਸ਼ਨ ਲਾਈਨਸ ਦੇ ਉੱਤੇ ਜਿਹੜੀ ਇਲੈਕਟ੍ਰੀਸਿਟੀ ਸਪਲਾਈ ਦੀ ਜਿਹੜੀ ਡਿਮਾਂਡ ਵੱਧ ਜਾਂਦੀ ਆ, ਫਿਰ ਆਪਾਂ ਨੂੰ ਕੀ ਆ ਉਹਦੀ ਵੋਲਟੇਜ ਲੈਵਲ ਅਪ ਕਰਨਾ ਪੈਂਦਾ ਵਾ। ਇਟ ਇਜ਼ ਫਾਊਂਡ ਫਾਰ ਮੋਰ ਸੈਟਿਸਫੈਕਟਰੀ ਟੂ ਸਪਲਾਈ ਦ ਗ੍ਰੇਟਰ ਡਿਮਾਂਡ ਬਾਏ ਰਾਈਜ਼ਿੰਗ ਦ ਵੋਲਟੇਜ ਲੈਵਲ ਦੈਨ ਟੂ ਪ੍ਰੋਵਾਈਡ ਅਨਦਰ ਸੈਟ ਆਫ ਕੰਡਕਟਰ। ਆਪਾਂ ਹੋਰ ਨਵਾਂ ਕੰਡਕਟਰ ਪਾਉਣ ਦੀ ਬਜਾਏ ਉਹਦਾ ਵੋਲਟੇਜ ਲੈਵਲ ਵਧਾ ਦਿੰਦੇ ਹਾਂ। ਜੇ ਆਪਣੀ 33 kV ਦੀ ਲਾਈਨ ਪਾਈ ਹੋਈ ਆ, ਆਪਣੀ ਡਿਮਾਂਡ ਵੱਧ ਜਾਂਦੀ ਆ ਤਾਂ ਆਪਾਂ ਉਹਨੂੰ 66 kV 'ਚ ਕਨਵਰਟ ਕਰ ਦਿੰਦੇ ਹਾਂ। ਉਹਦੇ 'ਚ ਕੀ ਕਰਦੇ ਹਾਂ ਆਪਾਂ ਜਿਹੜੇ ਟਾਵਰਸ ਨੂੰ ਚੇਂਜ ਕਰਕੇ ਅਤੇ ਆਪਣੇ ਜਿਹੜੇ ਇੰਸੂਲੇਟਰ ਆ ਉਹਨਾਂ ਦੀ ਜਿਹੜੀ ਨੰਬਰਸ ਆਫ ਡਿਸਕ ਜਿਹੜੇ ਵਧਾ ਕੇ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। in rising the voltage, the demand voltage then provide another set of conductor. The additional insulation is required for raised the voltage can be easily obtained from the suspension type insulator by adding desired number of disc। ਜਿਹੜੇ ਜਿੰਨੀਆਂ ਆਪਾਂ ਨੂੰ ਨੀਡਿਡ ਹੋਣਗੀਆਂ ਜੇ 66 kV ਦੇ ਉੱਤੇ
5 ਜਾਂ 6 ਡਿਸਕ ਲੱਗਦੀਆਂ, ਬਟ ਆਪਣੀ 33 kV 'ਤੇ ਆਪਣੀਆਂ 3 ਜਾਂ 2 ਡਿਸਕ ਲੱਗੀਆਂ ਹੋਈਆਂ। ਉਹਦੇ 'ਚ ਆਪਾਂ ਉਨੀਆਂ ਐਡ ਅਪ ਕਰ ਦਾਂਗੇ। ਜੇ 3 ਡਿਸਕਾਂ ਲੱਗੀਆਂ ਹੋਈਆਂ ਪਹਿਲੋਂ ਪਲੱਸ 2 ਡਿਸਕਾਂ ਐਡ ਕਰਕੇ 66 ਲਾਈਨ kV ਦੇ ਵਿੱਚ ਆਪਾਂ ਉਹਨੂੰ ਕਨਵਰਟ ਕਰ ਸਕਦੇ ਹਾਂ ਈਜ਼ੀਲੀ। ਇਸ ਕਰਕੇ ਇਹਦਾ ਇਹ ਫਾਇਦਾ ਵਾ ਡਿਸਕ ਕੱਲੀ ਡਿਸਕ ਐਡ ਕਰਨ ਦੇ ਨਾਲ। ਇਹ ਕਿੱਦਾਂ ਦਾ ਹੁੰਦਾ ਸਸਪੈਂਸ਼ਨ ਟਾਈਪ ਜਿਹੜੇ ਇਨਸੂਲੇਟਰ ਆ ਉੱਤੇ ਮੈਟੈਲਿਕ ਹੁੱਕ ਦਿੱਤੀ ਹੋਈ ਆ, ਉੱਤੇ ਆਪਣੇ ਹੌਰਨ ਟਾਈਪ ਜਿਹੜੇ ਉਹ ਆਰਕ ਰਿਡਕਸ਼ਨ ਵਾਸਤੇ ਲੱਗੇ ਹੋਏ ਆ। ਇਹ ਬੇਸਿਕਲੀ ਜਿਹੜੇ ਹੌਰਨ ਟਾਈਪ ਲੱਗੇ ਹੁੰਦੇ ਆ, ਜੇ ਆਪਣੀ ਕੋਈ ਇੰਡਕਸ਼ਨ ਹੁੰਦੀ ਆ, ਜਿਹੜੇ ਆਪਣੇ ਇੰਡਕਸ਼ਨ ਹੋਣ ਦੇ ਨਾਲ ਜੇ ਕੰਡਕਟਰ ਦੇ ਵਿੱਚ ਕੋਈ ਇੰਡਕਸ਼ਨ ਆਉਂਦੀ ਆ ਤਾਂ ਉਹ ਜਿਹੜੀ ਆਰਕ ਹੌਰਨਸ ਦੇ ਨਾਲ ਥਰੂ ਜਿਹੜੇ ਮੈਟੈਲਿਕ ਕੰਟੈਕਟ ਦੇ ਥਰੂ ਜਿਹੜੀ ਪੋਲ ਦੇ ਥਰੂ ਅਰਥ ਹੋ ਜਾਂਦੀ ਹੈ। ਇਹਦੇ 'ਚ ਨੰਬਰ ਆਫ ਡਿਸਕ ਕਨੈਕਟਡ ਆ ਥਰੂ ਮੈਟੈਲਿਕ ਜਿਹੜਾ ਲਿੰਕ ਦੇ ਨਾਲ, ਅਤੇ ਥੱਲੇ ਆ ਜਿਹੜੇ ਥੱਲੇ ਇਹਦੇ 'ਤੇ ਆਪਾਂ ਐਂਡ ਦੇ ਵਿੱਚ ਜਿਹੜਾ ਆਪਾਂ ਇੱਥੇ ਆਪਾਂ ਕੰਡਕਟਰ ਟਾਈ ਕਰ ਦਿੰਦੇ ਹਾਂ ਤਾਂ ਕਿ ਜਿਹੜਾ ਇਹ ਜਿਹੜੇ ਆਪਣੇ ਕੰਡਕਟਰ ਨੂੰ ਹੌਰੀਜ਼ੋਂਟਲੀ ਜਿਹੜਾ ਲੈ ਕੇ ਜਾਂਦੇ ਆ। ਨੈਕਸਟ ਆਪਣੇ ਸਟ੍ਰੇਨ ਟਾਈਪ ਇਨਸੂਲੇਟਰ। ਦ ਅਰੇਂਜਮੈਂਟ ਆਫ ਸਟ੍ਰੇਨ ਇਨਸੂਲੇਟਰ। Sometime at the end of line, sharp curve, etc., the lines are subjected to great strain. ਜਦੋਂ ਆਪਾਂ ਕੋਈ ਵੀ ਲਾਈਨ ਦਾ ਐਂਡ ਕਰਦੇ ਹਾਂ ਜਾਂ ਕੋਈ ਕਰਵ ਆ ਜਾਂਦੀ ਆ, ਉਹਦੇ 'ਚ ਆਪਾਂ ਨੂੰ ਜਿਹੜੇ ਸਟ੍ਰੇਨ ਜ਼ਿਆਦਾ ਖਿੱਚ ਦੀ ਲੋੜ ਪੈਂਦੀ ਆ। ਇਨ ਸੱਚ ਸਿਚੁਏਸ਼ਨ ਦਾ ਇੰਸੂਲੇਸ਼ਨ ਇਜ਼ ਪ੍ਰੋਵਾਈਡਡ ਬਾਏ ਸਟ੍ਰੇਨ ਇਨਸੂਲੇਟਰ। ਉਸ ਦੌਰਾਨ ਜਿਹੜੇ ਸਟ੍ਰੇਨ ਇਨਸੂਲੇਟਰ ਦੇ ਨਾਲ ਇੰਸੂਲੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਔਨ ਟਰਾਂਸਮਿਸ਼ਨ ਲਾਈਨ ਇਨ ਆਰਡਰ ਟੂ ਰਿਲੀਵ ਦ ਲਾਈਨਸ ਆਫ ਐਗਜ਼ੀਟਿਵ ਸਟ੍ਰੇਨ। ਦ ਸਟ੍ਰੇਨ ਇਨਸੂਲੇਟਰ ਆਰ ਯੂਜ਼ਡ। ਉਸ ਦੌਰਾਨ ਜਿਹੜੇ ਆਪਣੇ ਸਟ੍ਰੇਨ ਇਨਸੂਲੇਟਰਸ ਨੂੰ ਯੂਜ਼ ਕੀਤਾ ਜਾਂਦਾ। ਫॉर ਲੋ ਵੋਲਟੇਜ, ਜਦੋਂ ਆਪਾਂ ਲੋ ਵੋਲਟੇਜ ਦੀ ਗੱਲ ਕਰਦੇ ਹਾਂ ਬਿਲੋ 11 kV ਤੋਂ ਥੱਲੇ, ਸ਼ੈਕਲ ਇਨਸੂਲੇਟਰਸ ਆਰ ਯੂਜ਼ਡ ਫॉर ਸਟ੍ਰੇਨ ਇਨਸੂਲੇਟਰ। ਜਿਹੜੇ ਸ਼ੈਕਲ ਇਨਸੂਲੇਟਰ ਆ ਉਹਨਾਂ ਨੂੰ ਐਜ਼ ਅ ਸਟ੍ਰੇਨ ਇਨਸੂਲੇਟਰ ਯੂਜ਼ ਕਰਦੇ ਹਾਂ। ਹਾਊਐਵਰ ਫॉर ਹਾਈ ਵੋਲਟੇਜ, ਜਦੋਂ ਆਪਾਂ ਹਾਈ ਵੋਲਟੇਜ ਦੀ ਗੱਲ ਕਰਦੇ ਹਾਂ ਉਸ ਦੌਰਾਨ ਜਿਹੜੇ ਸਟ੍ਰੇਨ ਇਨਸੂਲੇਟਰਸ ਨੂੰ ਯੂਜ਼ ਕਰਦੇ ਹਾਂ ਕੰਸਿਸਟਿੰਗ ਆਫ ਸਟਰਿੰਗ ਆਫ ਸਸਪੈਂਸ਼ਨ ਟਾਈਪ ਇਨਸੂਲੇਟਰ ਆਰ ਯੂਜ਼ਡ। ਇਸ ਦੌਰਾਨ ਜਿਹੜੇ ਆਪਣੇ ਨੰਬਰ ਆਫ ਡਿਸਕ ਸਸਪੈਂਸ਼ਨ ਟਾਈਪ ਇਨਸੂਲੇਟਰ ਨੂੰ ਆਪਾਂ ਯੂਜ਼ ਕਰਦੇ ਹਾਂ ਐਜ਼ ਅ ਸਟ੍ਰੇਨ ਟਾਈਪ ਇਨਸੂਲੇਟਰ। ਵੈਨ ਦ ਟੈਂਸ਼ਨ ਇਜ਼ ਐਕਸਟੈਂਡਿੰਗ ਹਾਈ ਐਟ ਲੌਂਗ ਰਿਵਰ ਸਪੈਨ। ਜਦੋਂ ਕੋਈ ਵੀ ਲੌਂਗ ਰਿਵਰ ਸਪੈਨ ਆਉਂਦਾ ਵਾ ਉੱਥੇ ਜਿਹੜੇ ਜ਼ਿਆਦਾ ਲੰਬਾ ਸਪੈਨ ਲੈਣਾ ਪੈਂਦਾ, ਉਸ ਦੌਰਾਨ ਫਿਰ ਆਪਾਂ ਕੀ ਕਰਦੇ ਹਾਂ 2, 3 ਔਰ 4 ਸਟਰਿੰਗਸ ਇਜ਼ ਪੈਰਲਲ ਆਰ ਯੂਜ਼ਡ। ਉੱਥੇ ਜਿਹੜੇ ਆਪਾਂ ਇੱਕ ਤੋਂ ਜ਼ਿਆਦਾ 2 ਜਾਂ 3 ਜਾਂ 4 ਸਟਰਿੰਗਸ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਕਿਉਂਕਿ ਉਸ ਦੌਰਾਨ ਜਿਹੜਾ ਸਪੈਨ ਜਿਹੜਾ ਰਿਵਰ ਦਾ ਨੂੰ ਕ੍ਰੋਸ ਕਰਨ ਵਾਸਤੇ ਦੂਰ ਤੱਕ ਆਪਾਂ ਨੂੰ ਟਾਵਰ ਲਾਉਣੇ ਪੈਂਦੇ ਆ। ਉਹਦੇ 'ਚ ਜਦੋਂ ਦੂਰ ਹੋ ਜਾਂਦਾ ਸਪੈਨ ਵੱਧ ਜਾਂਦਾ ਆਪਣਾ। ਸਪੈਨ ਵਧਣ ਦੇ ਨਾਲ ਕੀ ਹੈ ਆਪਣਾ ਵੇਟ ਆਫ ਕੰਡਕਟਰ ਵੱਧ ਜਾਂਦਾ। ਵੇਟ ਆਫ ਕੰਡਕਟਰ ਵਧਣ ਦੇ ਨਾਲ ਕੀ ਹੈ ਸਟ੍ਰੇਨ ਵੱਧ ਜਾਂਦੀ ਹੈ, ਉਹਦੇ ਉੱਤੇ ਖਿੱਚ ਵੱਧ ਜਾਂਦੀ ਹੈ ਪੋਲਸ ਦੇ ਉੱਤੇ। ਉਹਨੂੰ ਓਵਰਕਮ ਕਰਨ ਵਾਸਤੇ ਜਿਹੜੀ ਆਪਾਂ ਇੱਕ ਤੋਂ ਜ਼ਿਆਦਾ ਸਟਰਿੰਗਸ ਯੂਜ਼ ਕਰ ਸਕਦੇ ਹਾਂ, 2 ਵੀ 3 ਵੀ ਜਾਂ 4 ਵੀ ਸਟਰਿੰਗ ਯੂਜ਼ ਕਰ ਸਕਦੇ ਹਾਂ, ਤਾਂ ਕਿ ਜਿਹੜਾ ਆਪਣਾ ਕੰਡਕਟਰ ਆ ਉਹ ਜਿਹੜੀ ਆਪਣੀ ਇਨਸੂਲੇਟਰ ਸਟਰਿੰਗ ਆ ਉਹ ਟੁੱਟ ਨਾ ਜਾਵੇ। ਜੇ ਆਪਾਂ ਇੱਕ ਸਟਰਿੰਗ ਲਾਈ ਆ ਉਹ ਵੇਟ ਕੰਡਕਟਰ ਦਾ ਜ਼ਿਆਦਾ ਹੋਣ ਕਰਕੇ ਟੁੱਟ ਸਕਦੀ ਆ। ਦ ਡਿਸਕ ਆਫ ਸਟ੍ਰੇਨ ਇਨਸੂਲੇਟਰ ਆਰ ਯੂਜ਼ਡ ਇਨ ਅ ਵਰਟੀਕਲ ਪਲੇਨ। ਇਹ ਜਿਹੜੇ ਵਰਟੀਕਲ ਪਲੇਨਸ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਜਿਹੜੇ ਪਹਿਲਾਂ ਆਪਾਂ ਸਸਪੈਂਸ਼ਨ ਟਾਈਪ ਇਨਸੂਲੇਟਰ ਯੂਜ਼ ਕੀਤੇ ਆ ਉਹ ਹੌਰੀਜ਼ੋਂਟਲ ਫਾਰਮੈਟ ਦੇ ਵਿੱਚ ਯੂਜ਼ ਕਰਦੇ ਹਾਂ, ਆਪਾਂ ਵਰਟੀਕਲ ਪਲੇਨ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਸਟ੍ਰੇਨ ਟਾਈਪ ਇਨਸੂਲੇਟਰ।
ਨੈਕਸਟ ਇਹਦੀ ਫਿਗਰ ਆ, ਇਸ ਤਰ੍ਹਾਂ ਆਪਾਂ ਜਿਹੜੇ ਸਟ੍ਰੇਨ ਟਾਈਪ ਇਨਸੂਲੇਟਰ ਨੂੰ ਯੂਜ਼ ਕਰ ਸਕਦੇ ਹਾਂ। ਵਿਚਾਲੇ ਇਹਦੇ ਸਸਪੈਂਸ਼ਨ ਟਾਈਪ ਜੈਂਪਰ ਨਾਲ ਕਨੈਕਟਡ ਆ, ਇੱਕ ਕੰਡਕਟਰ ਤੋਂ ਦੂਜੇ ਕੰਡਕਟਰ ਦੇ ਨਾਲ, ਜਿਹੜਾ ਜੈਂਪਰ ਦੇ ਨਾਲ ਆਪਾਂ ਕਨੈਕਟ ਕਰ ਸਕਦੇ ਹਾਂ। ਫਿਗਰ ਤੋਂ ਆਪਾਂ ਨੂੰ ਪਤਾ ਲੱਗਦਾ ਵਾ ਸਸਪੈਂਸ਼ਨ ਟਾਈਪ ਜਿਹੜੇ ਉਹ ਥੱਲੇ ਨੂੰ ਹੌਰੀਜ਼ੋਂਟਲੀ ਫਾਰਮ ਦੇ ਵਿੱਚ ਲਟਕੇ ਹੁੰਦੇ ਆ, ਅਤੇ ਸਟ੍ਰੇਨ ਟਾਈਪ ਜਿਹੜੇ ਇਨਸੂਲੇਟਰ ਆ ਉਹ ਵਰਟੀਕਲੀ ਫਾਰਮਡ ਦੇ ਵਿੱਚ ਆਪਾਂ ਲਾ ਕੇ ਹੁੰਦੇ ਸੇਮ ਹੀ ਆ। ਨੰਬਰ ਆਫ ਡਿਸਕ ਵੀ ਸੇਮ ਰਹਿੰਦੀਆਂ ਅਕੋਰਡਿੰਗ ਟੂ ਵੋਲਟੇਜ ਲੈਵਲ, ਅਤੇ ਇਹਦੇ ਵਿੱਚ ਜਿਹੜਾ ਮੈਟੈਲਿਕ ਕੰਪੋਨੈਂਟ ਦੇ ਨਾਲ ਇਹ ਮੈਟੈਲਿਕ ਲਿੰਕ ਦੇ ਨਾਲ ਆਪਸ ਦੇ ਵਿੱਚ ਕਨੈਕਟਡ ਹੁੰਦਾ। ਇਹ ਹੋ ਗਏ ਆਪਣੇ ਟੋਪਿਕ ਅੱਜ ਦੇ, spacing of conductor, arrangement of suspension and strain type insulator। next time ਆਪਾਂ next video ਲੈ ਕੇ ਆਵਾਂਗੇ। thank you very much।